ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ। ਮੈਂ ਹਾਂ ਤਰਨਜੀਤ ਕੌਰ ਘੁੰਮਣ ਹਾਜ਼ਰ ਹਾਂ ਜੀ ਲੈ ਕੇ ਖਬਰ ਟੋਰਾਂਟੋ ਸਟੂਡੀਓ ਤੋਂ। ਦੋਸਤੋ, ਕੈਨੇਡਾ ਦਾ ਸਟੱਡੀ ਵੀਜ਼ਾ ਮਿਲਣ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਪੀਆਰ ਦੀ ਗਾਰੰਟੀ ਮਿਲ ਚੁੱਕੀ ਹੈ। ਇਹ ਕਹਿਣਾ ਹੈ ਕੈਨੇਡੀਅਨ ਸੈਨੇਟਰਸ ਦਾ, ਜਿਨ੍ਹਾਂ ਨੇ ਹਾਲ ਹੀ ਵਿੱਚ ਆਪਣੀ ਇੱਕ ਪ੍ਰੈਸ ਕਾਨਫਰੰਸ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਖਾਸ ਕਰਕੇ ਏਸ਼ੀਅਨ ਮੁਲਕਾਂ ਤੇ ਉਹਦੇ ਵਿੱਚ ਵੀ ਖਾਸ ਕਰਕੇ ਭਾਰਤ ਵਿੱਚ ਇਸ ਗੱਲ ਤੇ ਜ਼ੋਰ-ਸ਼ੋਰ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਕੈਨੇਡੀਅਨ ਕਾਲਜਾਂ ਵਿੱਚ ਦਾਖਲਾ ਲੈਣ ਤੋਂ ਬਾਅਦ ਤੁਹਾਨੂੰ ਪੀਆਰ ਮਿਲਣੀ ਪੱਕੀ ਹੈ। ਪਰ ਅਸਲ ਦੇ ਵਿੱਚ ਇਹ ਸਟੱਡੀ ਪਰਮਿਟ ਪੀਆਰ ਦੀ ਗਾਰੰਟੀ ਨਹੀਂ ਹੈ, ਬਲਕਿ ਖਾਸ ਤੌਰ ਤੇ ਭਾਰਤੀ ਵਿਦਿਆਰਥੀ ਕੈਨੇਡੀਅਨ ਕਾਲਜਾਂ ਨੂੰ ਮੋਟੀਆਂ-ਮੋਟੀਆਂ ਫੀਸਾਂ ਭਰ ਕੇ ਮਾਲਾਮਾਲ ਤਾਂ ਕਰ ਰਹੇ ਨੇ। ਪਰ ਜਦੋਂ ਗੱਲ ਆਉਂਦੀ ਹੈ ਪੀਆਰ ਦੀ, ਤਾਂ ਇਸ ਵੇਲੇ ਤੁਹਾਨੂੰ ਦੱਸ ਦਈਏ ਕਿ ਪੀਆਰ ਹੋਣਾ ਬਹੁਤ ਮੁਸ਼ਕਿਲ ਹੋ ਰਿਹਾ ਹੈ। ਅੱਜ ਇਸ ਦੇ ਬਾਰੇ ਵਿੱਚ ਤੁਹਾਨੂੰ ਜਾਣਕਾਰੀ ਦੇਣ ਜਾ ਰਹੀ ਹਾਂ ਕਿ ਕਿਸ ਤਰੀਕੇ ਨਾਲ ਕੈਨੇਡੀਅਨ ਕਾਲਜਸ ਇਸ ਵਕਤ ਇਸ ਚੀਜ਼ ਦਾ ਫਾਇਦਾ ਚੱਕਦੇ ਹੋਏ ਮਾਲਾਮਾਲ ਹੋ ਰਹੇ ਨੇ। ਗਲੋਬਲ ਮੇਲ ਦੇ ਵੱਲੋਂ ਇਸ ਮਾਮਲੇ ਵਿੱਚ ਇੱਕ ਰਿਪੋਰਟ ਪੇਸ਼ ਕੀਤੀ ਗਈ ਹੈ, ਉਹ ਵੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਬੀਤੇ ਦਿਨੀ ਸੈਨੇਟਰਸ ਦੇ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਵਿੱਚ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਹੈ ਕਿ ਖਾਸ ਤੌਰ ਤੇ ਭਾਰਤ ਵਿੱਚ ਬੈਠੇ ਏਜੰਟ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਕਿ ਕੈਨੇਡਾ ਵਿੱਚ ਪੀਆਰ ਮਿਲਦੀ ਹੈ, ਪਰ ਅਜਿਹਾ ਨਹੀਂ ਹੈ। ਕੈਨੇਡਾ ਵਿੱਚ ਪੜ੍ਹਾਈ ਕਰਕੇ, ਕੰਮ ਕਰਕੇ ਜੇਕਰ ਤੁਸੀਂ ਪੁਆਇੰਟਸ ਮੀਟ ਕਰਦੇ ਹੋ ਤਾਂ ਤੁਹਾਨੂੰ ਪੀਆਰ ਦਾ ਵਿਕਲਪ ਮਿਲਦਾ ਹੈ, ਯਾਨੀ ਕਿ ਆਪਸ਼ਨ ਮਿਲਦਾ ਹੈ। ਪਰ ਇਸ ਵਿੱਚ ਹਰ ਕੋਈ ਕੁਆਲੀਫਾਈ ਕਰ ਸਕਦਾ ਹੈ, ਇਹ ਗੱਲ ਸੱਚ ਨਹੀਂ ਹੈ। ਇਸ ਵੇਲੇ ਕੈਨੇਡਾ ਵਿੱਚ ਐਕਸਪ੍ਰੈਸ ਐਂਟਰੀ ਦਾ ਡਰਾ 504 ਪੁਆਇੰਟਸ ਤੇ ਆਇਆ ਹੈ ਤੇ ਇੱਕ 12ਵੀਂ ਪਾਸ ਕਰਕੇ ਆਇਆ ਵਿਦਿਆਰਥੀ ਲੱਖਾਂ ਕੋਸ਼ਿਸ਼ਾਂ ਕਰ ਲਵੇ ਤਾਂ ਵੀ ਇਸ ਟੀਚੇ ਤੱਕ ਨਹੀਂ ਪਹੁੰਚ ਸਕਦਾ। ਉੱਪਰੋਂ ਇਸ ਵੇਲੇ ਕੁਝ ਖਾਸ ਪੇਸ਼ਿਆਂ ਨੂੰ ਹੀ ਤਰਜੀਹ ਮਿਲ ਰਹੀ ਹੈ, ਜਿਸ ਕਾਰਨ ਹਰ ਕਿਸੇ ਨੂੰ ਵੀ ਮੌਕਾ ਨਹੀਂ ਮਿਲ ਪਾ ਰਿਹਾ। ਤੀਜਾ, ਜੇਕਰ ਤੁਹਾਨੂੰ ਲੱਗਦਾ ਹੈ ਕਿ ਪੀਐਨਪੀ ਵਰਗੇ ਇੱਕ ਵਧੀਆ ਆਪਸ਼ਨਸ ਹੋ ਸਕਦੇ ਨੇ, ਤਾਂ ਹਰ ਪ੍ਰੋਵਿੰਸ ਦਾ ਪੀਐਨਪੀ ਦਾ ਇੱਕ ਕੋਟਾ ਹੈ ਤੇ ਸਾਲ ਦੇ ਵਿੱਚ ਕੁੱਲ ਮਿਲਾ ਕੇ 85,000 ਦੇ ਕਰੀਬ ਪੀਐਨਪੀ ਅਰਜ਼ੀਆਂ ਹੁੰਦੀਆਂ ਨੇ। ਅਜਿਹੇ ਵਿੱਚ ਜੇਕਰ ਇਸ ਸਾਲ ਦੀ ਹੀ ਗੱਲ ਕਰ ਲਈਏ ਤਾਂ 9 ਲੱਖ ਵਿਦਿਆਰਥੀ ਕੈਨੇਡਾ ਵਿੱਚ ਆਏ ਨੇ ਤੇ ਇਮੀਗ੍ਰੇਸ਼ਨ ਦਾ ਪੂਰਾ ਕੋਟਾ 4,65,000 ਦੇ ਕਰੀਬ ਹੈ। 31 ਦਸੰਬਰ 2024 ਵਿੱਚ ਬਹੁਤੇ ਵਿਦਿਆਰਥੀਆਂ ਦੇ ਵਰਕ ਪਰਮਿਟ ਐਕਸਪਾਇਰ ਹੋ ਜਾਣੇ ਨੇ। ਇਸ ਦੇ ਅੱਗੇ ਰਿਨਿਊ ਹੋਣ ਦੇ ਚਾਂਸ ਵੀ ਨਾ ਦੇ ਬਰਾਬਰ ਨੇ। ਅਜਿਹੇ ਵਿੱਚ ਕਿੰਨੀਆਂ ਕੁ LMIAs ਇਸ਼ੂ ਹੋ ਸਕਦੀਆਂ ਨੇ, ਮਤਲਬ ਕਿ ਮੋਟੀਆਂ-ਮੋਟੀਆਂ ਫੀਸਾਂ ਭਰ ਕੇ ਵੀ, LMIA ਲੈ ਕੇ ਵੀ ਜਾਂ ਫਿਰ ਐਮਪਲੋਇਰ ਦੀ ਧੱਕੇਸ਼ਾਹੀ ਬਰਦਾਸ਼ਤ ਕਰਕੇ ਵੀ ਵਿਦਿਆਰਥੀਆਂ ਨੂੰ ਪੀਆਰ ਹੋਣ ਦਾ ਰਾਹ ਨਹੀਂ ਮਿਲ ਰਿਹਾ। ਹੁਣ ਤੁਹਾਨੂੰ ਦੱਸ ਦਿਆਂ ਕਿ ਜੇਕਰ ਇਕਨੋਮਿਕ ਟਾਈਮਸ ਦੀ ਰਿਪੋਰਟ ਤੇ ਨਜ਼ਰ ਮਾਰੀਏ ਤਾਂ ਪੰਜਾਬ ਦੇ ਵਿਦਿਆਰਥੀ ਕੈਨੇਡਾ ਦੀ ਇਕਨੋਮੀ ਦੇ ਵਿੱਚ $8 ਬਿਲੀਅਨ ਦਾ ਯੋਗਦਾਨ ਪਾਉਂਦੇ ਨੇ, ਯਾਨੀ ਕਿ ਪੰਜਾਬ ਤੋਂ 68,000 ਕਰੋੜ ਰੁਪਏ ਹਰ ਸਾਲ ਕੈਨੇਡੀਅਨ ਕਾਲਜਾਂ ਦੀਆਂ ਫੀਸਾਂ ਦੇ ਤੌਰ ਤੇ ਭਰੇ ਜਾਂਦੇ ਨੇ। ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਯਾਨੀ ਕਿ IRCC ਦੇ ਆંકੜਿਆਂ ਦੇ ਅਨੁਸਾਰ 2022 ਵਿੱਚ ਭਾਰਤੀ ਵਿਦਿਆਰਥੀਆਂ ਲਈ ਕੁੱਲ 2,26,450 ਵੀਜ਼ੇ ਮਨਜ਼ੂਰ ਕੀਤੇ ਗਏ। ਇਹਨਾਂ ਵਿੱਚੋਂ ਇੱਕ ਮਹੱਤਵਪੂਰਨ ਹਿੱਸਾ ਲਗਭਗ 1.36 ਲੱਖ ਵਿਦਿਆਰਥੀ ਜੋ ਪੰਜਾਬ ਦੇ ਹਨ, ਔਸਤ ਮਿਆਦ ਦੇ ਨਾਲ ਵੱਖ-ਵੱਖ ਕੋਰਸਾਂ ਵਿੱਚ ਆ ਰਹੇ ਨੇ। ਸਟੂਡੈਂਟ ਵੀਜ਼ਾ ਪ੍ਰੋਸੈਸਿੰਗ ਏਜੰਸੀਆਂ ਦੇ ਮੌਜੂਦਾ ਅੰਦਾਜ਼ੇ ਦੱਸਦੇ ਨੇ ਕਿ ਇਸ ਸਮੇਂ ਕੈਨੇਡਾ ਭਰ ਦੀਆਂ ਵੱਖ-ਵੱਖ ਵਿਦਿਅਕ ਸੰਸਥਾਵਾਂ ਵਿੱਚ ਲਗਭਗ 3.4 ਲੱਖ ਪੰਜਾਬੀ ਵਿਦਿਆਰਥੀ ਦਾਖਲ ਹਨ। ਉੱਥੇ ਦੱਸਦੇ ਹਾਂ ਕਿ ਕਿਵੇਂ ਕੈਨੇਡਾ ਦੇ ਪਬਲਿਕ ਫੰਡਡ ਕਾਲਜਾਂ ਨੂੰ ਭਾਰਤੀ ਵਿਦਿਆਰਥੀ ਮਾਲਾਮਾਲ ਕਰ ਰਹੇ ਨੇ। ਗਲੋਬਲ ਮੇਲ ਦੇ ਵਿੱਚ ਇੱਕ ਰਿਪੋਰਟ ਛਪੀ ਹੈ ਕਿ ਓਨਟਾਰੀਓ ਦੇ ਜਨਤਕ ਤੌਰ ਤੇ ਫੰਡ ਪ੍ਰਾਪਤ ਕਾਲਜਾਂ ਨੇ ਪਿਛਲੇ ਸਾਲ ਸੈਂਕੜੇ ਮਿਲੀਅਨ ਡਾਲਰਾਂ ਦਾ ਸੰਚਾਲਨ ਸਰਪਲਸ ਰਿਕਾਰਡ ਕੀਤਾ, ਜਿਸ ਵਿੱਚ ਭਾਰਤੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੁਆਰਾ ਅਦਾ ਕੀਤਾ ਗਈਆਂ ਟਿਊਸ਼ਨ ਫੀਸਾਂ ਦਾ ਵੱਡਾ ਹਿੱਸਾ ਹੈ। ਓਨਟਾਰੀਓ ਦੇ 24 ਪਬਲਿਕ ਕਾਲਜਾਂ ਵਿੱਚੋਂ ਇੱਕ ਨੂੰ ਛੱਡ ਕੇ ਬਾਕੀ ਸਾਰੇ ਨੇ ਮਾਰਚ ਵਿੱਚ ਖਤਮ ਹੋਏ ਸਾਲ ਲਈ ਇੱਕ ਆਪਰੇਟਿੰਗ ਸਰਪਲਸ ਪੋਸਟ ਕੀਤਾ ਹੈ। ਸਭ ਤੋਂ ਵੱਡਾ ਸਰਪਲਸ 106 ਮਿਲੀਅਨ ਕਿਚਨਰ ਆਧਾਰਿਤ ਕੋਨੈਸਟੋਗਾ ਕਾਲਜ ਦੁਆਰਾ ਰਿਕਾਰਡ ਕੀਤਾ ਗਿਆ ਸੀ ਅਤੇ ਇਸ ਸਾਲ ਦੇ ਸ਼ੁਰੂ ਵਿੱਚ ਜਾਰੀ ਕੀਤੇ ਗਏ ਆਡਿਟ ਕੀਤੇ ਵਿੱਤੀ ਬਿਆਨਾਂ ਦੇ ਅਨੁਸਾਰ ਪੂਰੇ ਸਿਸਟਮ ਵਿੱਚ ਔਸਤਨ 27 ਮਿਲੀਅਨ ਤੋਂ ਵੱਧ ਸੀ। ਸ਼ੈਰਿਡਨ ਕਾਲਜ ਹੀ ਇੱਕ ਅਜਿਹਾ ਸੀ ਜਿਸ ਵਿੱਚ ਛੋਟਾ ਆਪਰੇਟਿੰਗ ਘਾਟਾ ਰਿਕਾਰਡ ਦਰਜ ਕੀਤਾ ਗਿਆ। ਵਾਧੂ ਮਾਲੀਆ ਯਾਨੀ ਕਿ ਰੈਵਨਿਊ ਮੁੱਖ ਤੌਰ ਤੇ ਅੰਤਰਰਾਸ਼ਟਰੀ ਟਿਊਸ਼ਨ ਫੀਸਾਂ ਤੋਂ ਪੈਦਾ ਹੁੰਦਾ ਹੈ। ਕਾਲਜ ਓਨਟਾਰੀਓ ਦੇ ਅਨੁਸਾਰ ਪ੍ਰਤੀ ਸਾਲ ਲਗਭਗ 14,300 ਦੀ ਔਸਤ ਅੰਤਰਰਾਸ਼ਟਰੀ ਟਿਊਸ਼ਨ ਦੇ ਮੁਕਾਬਲੇ ਘਰੇਲੂ ਫੁੱਲ ਟਾਈਮ ਵਿਦਿਆਰਥੀ ਔਸਤਨ ਸਿਰਫ $2,726 ਦਾ ਭੁਗਤਾਨ ਕਰਦੇ ਨੇ। ਕਾਲਜਾਂ ਨੂੰ ਸੂਬਾਈ ਸਰਕਾਰ ਤੋਂ ਸਿਰਫ ਘਰੇਲੂ ਵਿਦਿਆਰਥੀਆਂ ਲਈ ਪ੍ਰਤੀ ਵਿਦਿਆਰਥੀ ਸਬਸਿਡੀ ਮਿਲਦੀ ਹੈ, ਪਰ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਨਹੀਂ। ਪੋਸਟ ਸੈਕੰਡਰੀ ਸਿਸਟਮ ਖਾਸ ਤੌਰ ਤੇ ਭਾਰਤੀ ਟਿਊਸ਼ਨ ਭੁਗਤਾਨਾਂ ਤੇ ਨਿਰਭਰ ਹੋ ਗਿਆ ਹੈ। ਇਹ ਇੱਕ ਲਾਹੇਵੰਦ ਸੰਬੰਧ ਹੈ ਜਿਸ ਨੇ ਕਾਲਜਾਂ ਨੂੰ ਸੂਬਾਈ ਤੌਰ ਤੇ ਲਾਜ਼ਮੀ ਘਰੇਲੂ ਟਿਊਸ਼ਨ ਫੀਸ ਅਤੇ ਸਰਕਾਰੀ ਫੰਡਿੰਗ ਦੇ ਹੇਠਲੇ ਪੱਧਰ ਲਈ ਮੁਆਵਜ਼ਾ ਦੇਣ ਦੀ ਇਜਾਜ਼ਤ ਦਿੱਤੀ ਹੈ। ਉਹ ਆਪਣੇ ਬਜਟ ਨੂੰ ਸੰਤੁਲਿਤ ਕਰਨ ਦੇ ਯੋਗ ਹੋ ਗਏ ਨੇ ਤੇ ਵਾਧੂ ਰੈਵਨਿਊ ਨੇ ਪੂੰਜੀ ਅਤੇ ਪ੍ਰੋਗਰਾਮ ਦੇ ਵਿਸਥਾਰ ਨੂੰ ਉਤਸ਼ਾਹਿਤ ਕੀਤਾ ਹੈ। ਯਾਨੀ ਕਿ ਆਸਾਨ ਸ਼ਬਦਾਂ ਵਿੱਚ ਗੱਲ ਕੀਤੀ ਜਾਵੇ ਤਾਂ ਘਰੇਲੂ ਵਿਦਿਆਰਥੀਆਂ ਦੀਆਂ ਫੀਸਾਂ ਵਿੱਚ ਵਾਧੇ ਨੂੰ ਤਾਂ ਫ੍ਰੀਜ਼ ਕਰ ਦਿੱਤਾ ਗਿਆ, ਪਰ ਇੰਟਰਨੈਸ਼ਨਲ ਸਟੂਡੈਂਟਸ ਦੀਆਂ ਫੀਸਾਂ ਜਿੰਨੀਆਂ ਮਰਜ਼ੀ ਵਧਾਓ
ਓਨਟਾਰੀਓ ਦੇ ਆਡੀਟਰ ਜਨਰਲ ਨੇ 2021 ਵਿੱਚ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ ਕਿ ਕਾਲਜ ਪ੍ਰਣਾਲੀ ਦੀ ਭਾਰਤ ਉੱਤੇ ਨਿਰਭਰਤਾ ਨੇ ਇਸ ਨੂੰ ਪੂਰ ਰਾਜਨੀਤਿਕ ਤਬਦੀਲੀਆਂ ਲਈ ਕਮਜ਼ੋਰ ਬਣਾ ਦਿੱਤਾ ਹੈ। ਉਸ ਸਾਲ ਓਨਟਾਰੀਓ ਕਾਲਜਾਂ ਦੇ ਲਗਭਗ 2/3 ਅੰਤਰਰਾਸ਼ਟਰੀ ਵਿਦਿਆਰਥੀ ਭਾਰਤ ਤੋਂ ਸੀ। ਅੰਕੜੇ ਦਰਸਾਉਂਦੇ ਹਨ ਕਿ ਓਨਟਾਰੀਓ ਕਾਲਜਾਂ ਜਿਨ੍ਹਾਂ ਨੂੰ 2022 ਵਿੱਚ ਲਗਭਗ 40% ਸਟੱਡੀ ਵੀਜ਼ਾ ਪ੍ਰਾਪਤ ਹੋਏ, ਇੱਥੋਂ ਤੱਕ ਕਿ ਮੈਕਗਿਲ ਯੂਨੀਵਰਸਿਟੀ, ਐਲਬਰਟਾ ਯੂਨੀਵਰਸਿਟੀ ਅਤੇ ਮੌਂਟਰੀਅਲ ਯੂਨੀਵਰਸਿਟੀਆਂ ਵਰਗੀ ਚੋਟੀ ਦੀਆਂ ਖੋਜ ਸੰਸਥਾਵਾਂ ਵੀ ਓਨਟਾਰੀਓ ਕਾਲਜਾਂ ਦੇ ਮੱਧ ਦਰਜੇ ਤੋਂ ਬਾਅਦ ਜਾਰੀ ਕੀਤੀਆਂ ਪਰਮਿਟਾਂ ਦੀ ਗਿਣਤੀ ਵਿੱਚ ਗੱਲ ਕਰਦੀਆਂ ਨੇ। ਜਦੋਂ ਦੇਸ਼ ਭਰ ਦੇ ਸਕੂਲਾਂ ਨੂੰ ਸਟੱਡੀ ਪਰਮਿਟ ਦੇ ਟੋਟਲ ਦੁਆਰਾ ਦੇਖਿਆ ਜਾਂਦਾ ਹੈ ਤਾਂ ਓਨਟਾਰੀਓ ਦੇ ਕਾਲਜ ਚੋਟੀ ਦੇ 20 ਵਿੱਚੋਂ 14 ਸਥਾਨ ਰੱਖਦੇ ਨੇ। 24,000 ਤੋਂ ਵੱਧ ਪਰਮਿਟਾਂ ਦੇ ਨਾਲ ਕੋਨੈਸਟੋਗਾ ਦੀ ਕੈਨੇਡਾ ਵਿੱਚ ਸਭ ਤੋਂ ਵੱਧ ਸੰਖਿਆ ਸੀ। ਇਸ ਤੋਂ ਬਾਅਦ ਸੈਂਟੇਨੀਅਲ ਕਾਲਜ ਅਤੇ ਸੈਨਿਕਾ ਦੋਵੇਂ ਟੋਰਾਂਟੋ ਵਿੱਚ ਸਥਿਤ ਹਨ, ਹਰੇਕ ਵਿੱਚ 16,000 ਤੋਂ ਵੱਧ। ਤੁਲਨਾ ਕਰਕੇ ਯੂਨੀਵਰਸਿਟੀ ਆਫ ਟੋਰਾਂਟੋ ਕੋਲ ਲਗਭਗ 14,400 ਸਨ। ਤਿੰਨ ਕਾਲਜਾਂ ਨੇ 2022-23 ਅਕੈਡਮਿਕ ਸਾਲ ਵਿੱਚ ਸਭ ਤੋਂ ਵੱਧ ਆਪਰੇਟਿੰਗ ਸਰਪਲਸ ਵੀ ਪੋਸਟ ਕੀਤੇ। ਕੋਨੈਸਟੋਗਾ ਵਿੱਚ 106 ਮਿਲੀਅਨ, ਰੈਵਨਿਊ 601 ਮਿਲੀਅਨ, ਸੈਨਿਕਾ ਵਿੱਚ 62 ਮਿਲੀਅਨ, ਰੈਵਨਿਊ 579 ਮਿਲੀਅਨ ਤੇ ਸ਼ਤਾਬਦੀ ਤੇ 55 ਮਿਲੀਅਨ, ਰੈਵਨਿਊ 467 ਮਿਲੀਅਨ। ਘਰੇਲੂ ਵਿਦਿਆਰਥੀਆਂ ਦੇ ਮੁਕਾਬਲੇ ਇਹ ਰੈਵਨਿਊ ਇੰਟਰਨੈਸ਼ਨਲ ਸਟੂਡੈਂਟਸ ਕਰਕੇ ਜ਼ਿਆਦਾ ਜਨਰੇਟ ਹੁੰਦਾ ਹੈ। ਕੈਂਬਰੀਅਨ ਕਾਲਜ ਨੇ ਘਰੇਲੂ ਵਿਦਿਆਰਥੀਆਂ ਤੋਂ $14 ਮਿਲੀਅਨ ਦੇ ਮੁਕਾਬਲੇ ਪਿਛਲੇ ਸਾਲ ਇੰਟਰਨੈਸ਼ਨਲ ਟਿਊਸ਼ਨਸ ਦੇ ਵਿੱਚ 107 ਮਿਲੀਅਨ ਲਏ ਸਨ। ਕੈਨੇਡੋਰ ਕਾਲਜ ਨੇ ਕਿਹਾ ਹੈ ਕਿ ਉਸਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਤੋਂ 131 ਮਿਲੀਅਨ ਅਤੇ ਘਰੇਲੂ ਫੀਸਾਂ ਵਿੱਚ ਸਿਰਫ 14 ਮਿਲੀਅਨ ਲਏ ਹਨ। ਇਸ ਸਾਲ ਦੇ ਸ਼ੁਰੂ ਵਿੱਚ ਕਾਲਜ ਓਨਟਾਰੀਓ ਐਸੋਸੀਏਸ਼ਨ, ਜੋ ਕਿ ਜਨਤਕ ਤੌਰ ਤੇ ਫੰਡ ਪ੍ਰਾਪਤ ਕੀਤੇ ਕਾਲਜਾਂ ਦੀ ਨੁਮਾਇੰਦਗੀ ਕਰਦੀ ਹੈ, ਉਸਨੇ ਚੌਥੇ ਸਾਲ ਲਈ ਘਰੇਲੂ ਟਿਊਸ਼ਨ ਫੀਸਾਂ ਤੇ ਫੀਸ ਨੂੰ ਵਧਾਉਣ ਲਈ ਸੂਬਾਈ ਸਰਕਾਰ ਨਾਲ ਆਪਣੀ ਨਿਰਾਸ਼ਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਇਸ ਨਾਲ ਲਾਗਤ ਦੇ ਦਬਾਅ ਨਾਲ ਨਜਿੱਠਣ ਦੀ ਉਹਨਾਂ ਦੀ ਯੋਗਤਾ ਨੂੰ ਸੱਟ ਵੱਜੀ ਹੈ। ਕੈਨੇਡੀਅਨ ਇਮੀਗ੍ਰੇਸ਼ਨ ਲਾਇਰਸ ਐਸੋਸੀਏਸ਼ਨ ਦੇ ਕੋ-ਚੇਅਰ ਰਵੀ ਜੈਨ ਨੇ ਕਿਹਾ ਹੈ ਕਿ ਕਾਲਜ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਲਾਲਚੀ ਪਹੁੰਚ ਅਪਣਾ ਰਹੇ ਨੇ। ਕੁਝ ਵਿਦਿਆਰਥੀ ਕਰਜ਼ੇ ਵਿੱਚ ਡੂੰਘੇ ਫਸ ਜਾਂਦੇ ਨੇ ਤੇ ਉਹਨਾਂ ਨੂੰ ਆਪਣਾ ਸਮਰਥਨ ਕਰਨ ਲਈ ਕੰਮ ਕਰਨ ਦੀ ਲੋੜ ਹੁੰਦੀ ਹੈ ਅਤੇ ਸਥਾਈ ਨਿਵਾਸ ਪ੍ਰਾਪਤ ਕਰਨ ਲਈ ਬਹੁਤ ਦਬਾਅ ਵੀ ਮਹਿਸੂਸ ਹੁੰਦਾ ਹੈ, ਜੋ ਅਕਸਰ ਉਹਨਾਂ ਦਾ ਮੁੱਖ ਉਦੇਸ਼ ਹੁੰਦਾ ਹੈ। ਉਹਨਾਂ ਨੇ ਕਿਹਾ ਕਿ ਕਾਲਜ ਵੱਡਾ ਭਾਰੀ ਮੁਨਾਫਾ ਕਮਾ ਰਹੇ ਨੇ ਤੇ ਅਸਲ ਦੇ ਵਿੱਚ ਇੱਥੇ ਪੀੜਿਤ ਕਾਲਜ ਨਹੀਂ ਬਲਕਿ ਵਿਦਿਆਰਥੀ ਨੇ, ਜਿਹੜੇ ਮੋਟੀਆਂ ਫੀਸਾਂ ਵੀ ਅਦਾ ਕਰ ਰਹੇ ਨੇ, ਐਮਪਲੋਇਰਸ ਤੋਂ ਸ਼ੋਸ਼ਣ ਦਾ ਸਾਹਮਣਾ ਵੀ ਕਰ ਰਹੇ ਨੇ ਅਤੇ ਪੀਆਰ ਦੇ ਅਜੇ ਵੀ ਕੋਈ ਬਹੁਤੇ ਚਾਂਸ ਨਹੀਂ ਦਿਖ ਰਹੇ। ਬਿਊਰੋ ਰਿਪੋਰਟ, ਹਮਦਰਦ ਨਿਊਜ਼।